मॉर्निंग स्टूडेंट्स, टुडे वी स्टडी चैप्टर 13 लेक्चर सेकंड। हमने फर्स्ट लेक्चर में प्लूरल सेंस के बारे में पढ़ा था। आज हम पढ़ेंगे सिंगुलर सेंस। सिंगुलर सेंस इट मीन एक वचन दे विच इस दा अर्थ। ठीक है जी। स्टैटिक्स दा अर्थ पढ़ांगे। स्टैटिक्स मीन द साइंस ऑफ स्टैटिक्स एंड द सब्जेक्ट इटसेल्फ। कहता कि जो स्टैटिक्स है वो अपने आप में एक विज्ञान है अते विषय है। It includes the statistical method and principle concerned with collections, classification, analysis and interpretation of numerical data। ਕਹਿੰਦਾ ਇਹਨਾਂ ਚੀਜ਼ਾਂ ਦਾ ਧਿਆਨ ਕੀਤਾ ਜਾਂਦਾ ਕਿ ਅਸੀਂ ਅੰਕੜਿਆਂ ਨੂੰ ਕਿਵੇਂ ਇਕੱਠਾ ਕਰਨਾ ਹੈ, ਕਿਵੇਂ ਉਹਦੀ ਕਲਾਸੀਫਿਕੇਸ਼ਨ ਕਰਨੀ ਹੈ, ਵਰਗੀਕਰਨ ਕਰਨਾ ਹੈ, ਕਿਵੇਂ ਉਹਦਾ ਮੁਲਾਂਕਣ ਕਰਨਾ ਤੇ ਕਿਵੇਂ ਉਹਦਾ ਇੰਟਰਪ੍ਰੀਟੇਸ਼ਨ ਆਫ ਨੂਮੈਰਿਕ, ਕਿਵੇਂ ਉਹਦਾ ਅਸੀਂ ਪ੍ਰੈਜੈਂਟੇਸ਼ਨ ਦੇਣੀ ਹੈ। ਠੀਕ ਹੈ ਜੀ। ਇੱਕ ਵਚਨ ਸੋਚ ਅਨੁਸਾਰ ਸਿੱਖਿਆ ਕਿ ਅੰਕਾਂ ਉਹਨਾਂ ਅੰਕਾਂ ਦਾ ਵਿਗਿਆਨ ਹੈ ਜਾਂ ਇੱਕ ਵਿਸ਼ਾ ਹੈ। ਇਸ ਵਿੱਚ ਅੰਕੜੇ ਇਕੱਠੇ ਕਰਨਾ, ਵਿਸ਼ਲੇਸ਼ਣ ਕਰਨ ਅਤੇ ਨਤੀਜਾ ਕੱਢਣ ਸੰਬੰਧੀ ਵਿਧੀਆਂ ਦਾ ਸਿਧਾਂਤ ਦਾ ਅਧਿਐਨ ਕੀਤਾ ਜਾਂਦਾ ਹੈ। ਅਕੋਰਡਿੰਗ ਟੂ ਕ੍ਰੌਕਸਟਨ ਐਂਡ ਕਾਊਡਨ, ਕਹਿੰਦਾ ਸਟੈਟਿਕਸ ਮੇ ਬੀ ਡਿਫਾਈਨਡ ਐਜ਼ ਅ ਸਾਇੰਸ ਆਫ ਕਲੈਕਸ਼ਨ, ਪ੍ਰੈਜੈਂਟੇਸ਼ਨ, ਐਨਾਲਾਈਸਿਸ ਐਂਡ ਇੰਟਰਪ੍ਰੀਟੇਸ਼ਨ ਆਫ ਨੂਮੈਰੀਕਲ ਡਾਟਾ। ਉਹੀ ਕ੍ਰੌਕਸਟਨ ਨੇ ਕਿਹਾ ਹੈ ਇਹਦੀ ਪਰਿਭਾਸ਼ਾ ਦੇ ਵਿੱਚ ਕਿ ਇੱਕ ਸਟੈਟਿਕ ਹੈ ਜੋ ਸਿੱਖਿਆਕੀ ਹੈ, ਉਹ ਉਹਨਾਂ ਅੰਕੜਿਆਂ ਦਾ ਵਿਗਿਆਨ ਹੈ ਕਿ ਉਹ ਕਹਿੰਦਾ ਕਿ ਅੰਕੜਿਆਂ ਦਾ ਇਕੱਠ ਕਰਨਾ, ਪ੍ਰੈਜੈਂਟੇਸ਼ਨ ਦੇਣੀ, ਐਨਾਲਾਈਜ਼ ਕਰਨਾ ਔਰ ਇੰਟਰਪ੍ਰੀਟੇਸ਼ਨ ਆਫ ਨੂਮੈਰੀਕਲ ਕਰਨਾ। ਇਸ ਵਿੱਚ ਅਸੀਂ ਇਹਨਾਂ ਫੀਚਰਸ ਬਾਰੇ ਪੜ੍ਹਾਂਗੇ ਸਿੰਗੂਲਰ ਸੈਂਸ ਦੇ। ਜਿਵੇਂ ਅਸੀਂ ਪਲੂਰਲ ਸੈਂਸ ਦੇ ਵਿੱਚ ਫੀਚਰਸ ਦੇ ਬਾਰੇ ਪੜ੍ਹਿਆ ਹੈ, ਉਹ ਕਿਵੇਂ ਉਹਨਾਂ ਦੀ ਵਿਸ਼ੇਸ਼ਤਾਵਾਂ ਨੇ, ਉਵੇਂ ਅਸੀਂ ਸਿੰਗੂਲਰ ਸੈਂਸ ਵਿੱਚ ਇਸ ਦੇ ਫੀਚਰਸ ਦੇ ਬਾਰੇ ਪੜ੍ਹਾਂਗੇ। ਫਸਟ ਆਫ ਆਲ ਕਲੈਕਸ਼ਨ ਆਫ ਡਾਟਾ। ਕਹਿੰਦਾ ਜਦੋਂ ਵੀ ਕੋਈ ਸਭ ਤੋਂ ਪਹਿਲਾਂ ਸਟੈਟਿਕਸ ਦਾ ਆਪਾਂ ਕੰਮ ਕਰਨਾ ਹੈ, ਆਪਾਂ ਸਭ ਤੋਂ ਪਹਿਲਾਂ ਕਲੈਕਸ਼ਨ ਆਫ ਡਾਟਾ ਕਰਨਾ ਕਿ ਅੰਕੜੇ ਇਕੱਠੇ ਕਰਨੇ ਕਿ ਸਾਨੂੰ ਕਿਸ ਮੋਟਿਵ ਨਾਲ, ਕਿਸ ਵੇ ਨਾਲ ਅਸੀਂ ਸਾਡਾ ਮੋਟਿਵ ਕੀ ਹੈ, ਅਸੀਂ ਕਿਸ ਕੰਮ ਲਈ ਅਸੀਂ ਅੰਕੜੇ ਇਕੱਠੇ ਕਰਨੇ, ਉਸ ਤਰੀਕੇ ਨਾਲ, ਉਸਦੇ ਆਪਣੇ ਐਕਸਪੀਰੀਅੰਸ ਨਾਲ ਕਿ ਜਿਹੜਾ ਉਹਨੂੰ ਉਸ ਚੀਜ਼ ਨੂੰ ਇਕੱਠਾ ਕਰਨ ਲਈ ਜਾ ਰਿਹਾ, ਉਹ ਆਪਣੇ ਵੇ ਨਾਲ, ਆਪਣੇ ਐਕਸਪੀਰੀਅੰਸ ਨਾਲ ਉਸ ਦੀ ਕਲੈਕਸ਼ਨ ਆਫ ਡਾਟਾ ਕਰੇਗਾ। ਸਭ ਤੋਂ ਪਹਿਲਾਂ ਤਾਂ ਰੋ ਡਾਟਾ ਇਕੱਠਾ ਕਰੇਗਾ। ਡਾਟਾ ਇਹ ਹੋਣਾ ਚਾਹੀਦਾ ਜਿਸ ਮੋਟਿਵ ਨਾਲ, ਜਿਹੜੇ ਕੰਮ ਲਈ ਆਪਾਂ ਨੂੰ ਚਾਹੀਦਾ ਸਿਰਫ ਉਸ ਤਰ੍ਹਾਂ ਦਾ ਹੀ ਡਾਟਾ ਹੋਵੇ, ਉਹਦੇ ਵਿੱਚ ਕੋਈ ਐਵੇਂ ਦਾ ਡਾਟਾ ਨਹੀਂ ਹੋਣਾ ਚਾਹੀਦਾ ਜਿਸ ਦੀ ਆਪਾਂ ਨੂੰ ਲੋੜ ਨਹੀਂ, ਨੈਸੈਸਰੀ ਨਹੀਂ ਹੈ, ਉਹ ਵੀ ਉਹਦੇ ਵਿੱਚ ਪਾਇਆ ਜਾਵੇ। ਇੱਦਾਂ ਦੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ। ਇਹ ਸਿਰਫ ਉਦੋਂ ਹੀ ਹੋ ਸਕਦਾ ਹੈ ਜੇ ਉਹ ਅੰਕੜਾ ਇਕੱਠਾ ਕਰਨ ਵਾਲਾ ਐਕਸਪਰਟ ਹੋਏਗਾ, ਸਰਵੇ ਕਰਨ ਵਾਲਾ ਐਕਸਪਰਟ ਹੋਏਗਾ। ਠੀਕ ਹੈ। ਫਿਰ ਉਸ ਤੋਂ ਬਾਅਦ ਔਰਗਨਾਈਜੇਸ਼ਨ ਆਫ ਡਾਟਾ ਕਿ ਡਾਟੇ ਨੂੰ ਕੀ ਕਰਨਾ, ਔਰਗਨਾਈਜੇਸ਼ਨ ਕਰਨਾ, ਇੱਕ ਵੇ ਦੇਣਾ, ਇੱਕ ਫੋਰਮੈਟ ਦੇਣਾ ਇੱਕ ਤਰੀਕੇ ਨਾਲ ਕਿ ਆਪਾਂ ਨੂੰ ਡਾਟਾ ਜਿਸ ਵੇ ਨਾਲ ਚਾਹੀਦਾ ਉਸ ਫੋਰਮੈਟ ਵਿੱਚ ਤਿਆਰ ਕਰਨਾ। ਠੀਕ ਹੈ। ਉਹਨੂੰ ਆਪਾਂ ਟੇਬਲ ਦੇ ਵਿੱਚ ਰੀਪ੍ਰਜੈਂਟ ਵੀ ਕਰ ਸਕਦੇ ਹਾਂ। ਠੀਕ ਹੈ। ਪ੍ਰੈਜੈਂਟੇਸ਼ਨ ਆਫ ਡਾਟਾ, ਬਾਅਦ ਵਿੱਚ ਉਸਦੀ ਪ੍ਰੈਜੈਂਟੇਸ਼ਨ ਕਰਨੀ। ਪ੍ਰੈਜੈਂਟੇਸ਼ਨ ਜਿਵੇਂ ਕਿ ਬਾਅਦ ਵਿੱਚ ਆਪਾਂ ਉਹਨੂੰ ਗ੍ਰਾਫ ਦੇ ਵਿੱਚ ਪ੍ਰੈਜੈਂਟ ਕਰ ਦੇਣਾ ਜਾਂ ਫਿਰ ਪਾਈ ਚਾਰਟ ਦੇ ਵਿੱਚ ਪ੍ਰੈਜੈਂਟੇਸ਼ਨ ਕਰ ਦੇਣਾ। ਠੀਕ ਹੈ। ਕਾਫੀ ਵੇ ਨੇ ਕਿ ਆਪਾਂ ਇਹਨੂੰ ਪ੍ਰੈਜੈਂਟੇਸ਼ਨ ਕਰ ਸਕਦੇ ਹਾਂ। ਆਪਣੇ ਕੋਲ ਇਹਨਾਂ ਦੇ ਚੈਪਟਰਸ ਵੀ ਆਉਣਗੇ ਜਿੰਨੇ ਵੀ ਆਪਣੇ ਕੋਲ ਨਾਮ ਨੇ, ਕਲੈਕਸ਼ਨ ਆਫ ਡਾਟਾ, ਔਰਗਨਾਈਜੇਸ਼ਨ ਆਫ ਡਾਟਾ, ਪ੍ਰੈਜੈਂਟੇਸ਼ਨ ਆਫ ਡਾਟਾ। ਠੀਕ ਹੈ। ਐਨਾਲਾਈਜ਼ ਆਫ ਡਾਟਾ, ਇਹਦੇ ਵਿੱਚ ਆਪਣੇ ਕੋਲ ਜਿਹੜਾ ਐਨਾਲਾਈਜ਼ ਡਾਟਾ ਇਹਦੇ ਹੋਰ ਕਾਫੀ ਸਾਰੇ ਪੁਆਇੰਟ ਨੇ। ਇਹ ਸਾਰਿਆਂ ਦੇ ਆਪਣੇ ਕੋਲ ਚੈਪਟਰਸ ਵੀ ਨੇ, ਆਪਾਂ ਸਾਰੇ ਚੈਪਟਰ ਕਰਨੇ ਵੀ ਹੈ। ਆਪਣਾ ਨੈਕਸਟ ਚੈਪਟਰ ਵੀ ਕਲੈਕਸ਼ਨ ਆਫ ਡਾਟਾ ਹੈ। ਠੀਕ ਹੈ। ਆਪਾਂ ਸਟੈਟਿਕ ਇਨਫੋਰਮੇਸ਼ਨ ਤਾਂ ਪੜ੍ਹ ਲਈ ਕਿ ਇੰਟਰੋਡਕਸ਼ਨ ਵੀ ਪੜ੍ਹ ਲਈ ਕਿ ਇਹ ਹੈਗੀ। ਬਾਅਦ 'ਚ ਇਹ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ, ਅੰਕੜੇ ਕਿਵੇਂ ਇਕੱਠੇ ਕੀਤੇ ਜਾਂਦੇ ਹੈ, ਕਿਵੇਂ ਉਹਨਾਂ ਨੂੰ ਔਰਗਨਾਈਜੇਸ਼ਨ ਕੀਤਾ ਜਾਂਦਾ, ਕਿਵੇਂ ਉਹਨੂੰ ਪ੍ਰੈਜੈਂਟੇਸ਼ਨ ਕੀਤਾ ਜਾਂਦਾ, ਇਹਨਾਂ ਸਾਰਿਆਂ ਬਾਰੇ ਵੀ ਆਪਾਂ ਪੜ੍ਹਾਂਗੇ। ਠੀਕ ਹੈ। ਐਨਾਲਾਈਸਿਸ ਆਫ ਡਾਟਾ, ਫਿਰ ਬਾਅਦ ਵਿੱਚ ਉਹਦਾ ਆਪਾਂ ਵਿਸ਼ਲੇਸ਼ਣ ਕਰਨਾ, ਉਹਨੂੰ ਆਪਾਂ ਮੁਲਾਂਕਣ ਕਰਨਾ ਕਿ ਇਹ ਡਾਟਾ ਹੈ ਕਿਸ ਤਰੀਕੇ ਨਾਲ ਸਹੀ ਹੈ, ਕਿ ਕਿਵੇਂ ਇਕੱਠਾ ਕੀਤਾ ਗਿਆ ਹੈ, ਕਿਵੇਂ ਨਹੀਂ। ਠੀਕ ਹੈ। ਇਹਦੇ ਕਾਫੀ ਵੇ ਨੇ, ਆਪਾਂ ਵਿਸ਼ਲੇਸ਼ਣ ਕਰ ਸਕਦੇ ਹਾਂ। ਠੀਕ ਹੈ। ਲਾਸਟ ਹੈ ਇੰਟਰਪ੍ਰੀਟੇਸ਼ਨ ਆਫ ਡਾਟਾ। ਬਾਅਦ ਵਿੱਚ ਉਹਦਾ ਇੰਟਰਪ੍ਰੀਟੇਸ਼ਨ ਆਫ ਕਰਨਾ। ਡਾਟਾ ਇੰਨਾ ਸਾਰਾ ਹੁੰਦਾ ਕਿ ਉਹਦੇ ਸਿੱਟੇ ਜਿਹੜੇ ਕੱਢਣੇ ਉਹ ਕਾਫੀ ਔਖੇ ਹੋ ਜਾਂਦੇ ਨੇ ਕਿਉਂਕਿ ਸਿਰਫ ਉਹੀ ਕੱਢ ਸਕਦਾ ਜੋ ਕਿ ਇਸਨੂੰ ਜੋ ਇਹਦਾ ਐਕਸਪਰਟ ਹੋਏਗਾ, ਜੋ ਇਹਦੇ ਮਤਲਬ ਕਿ ਮਹਿਕਮੇ ਦੇ ਵਿੱਚ ਕੰਮ ਕਰ ਰਿਹਾ, ਜੋ ਇਹਨੂੰ ਜਿਹਦਾ ਕੰਮ ਰੋਜ਼ ਦਾ ਹੈ, ਉਹਨੂੰ ਅਗਰ ਉਹਦੀ ਮੁਲਾਂਕਣ ਕਰ ਰਿਹਾ, ਮੁਲਾਂਕਣ ਕਰ ਰਿਹਾ, ਉਹਦੇ ਸਿੱਟੇ ਤੱਕ ਜਾ ਰਿਹਾ ਤਾਂ ਈਜ਼ਲੀ ਹੈ। ਐਨੀਵੇਜ਼ ਇਹਦੀ ਮੁਲਾਂਕਣ ਕਰਨਾ, ਉਹਦੀ ਜਾਂਚ ਪੜਤਾਲ ਕਰਨੀ ਕਾਫੀ ਡਿਫੀਕਲਟ ਹੋ ਜਾਂਦੀ ਹੈ ਇੰਟਰਪ੍ਰੀਟੇਸ਼ਨ ਆਫ ਡਾਟਾ ਦੇ ਵਿੱਚ। ਐਨਾਲਾਈਸਿਸ ਆਫ ਡਾਟਾ ਦੇ ਵਿੱਚ ਕਾਫੀ ਸਾਰੇ ਪੁਆਇੰਟਸ ਆਉਂਦੇ ਆ, ਆਪਾਂ ਕਿਸ ਤਰੀਕੇ ਨਾਲ ਉਹਨੂੰ ਐਨਾਲਾਈਸਿਸ ਕਰ ਸਕਦੇ ਹਾਂ, ਉਹ ਆਪਾਂ ਅੱਗੇ ਦੇਖਦੇ ਹਾਂ। ਫਸਟ ਹੈ ਮੈਜ਼ਰ ਆਫ ਸੈਂਟਰਡ ਟੈਂਡੈਂਸੀ। ਸੈਂਟਰਡ ਟੈਂਡੈਂਸੀ ਕੇਂਦਰੀ ਰੁਝਾਨ ਦਾ ਪ੍ਰਮਾਣ, ਮਤਲਬ ਕਿ ਇਹਦੇ ਵਿੱਚ ਆਪਣੇ ਕੋਲ ਪੁਆਇੰਟਸ ਆਉਂਦੇ ਨੇ ਮੀਨ, ਮੀਡੀਅਨ, ਮੋਡ। ਠੀਕ ਹੈ। ਹੋਗੀ ਆਪਾਂ ਇਹ ਚਾਰੇ ਪੁਆਇੰਟਸ ਪੜ੍ਹਾਂਗੇ ਜੋ ਆਪਾਂ 10th ਦੇ ਵਿੱਚ ਵੀ ਪੜ੍ਹੇ। ਠੀਕ ਹੈ। ਮੇਜ਼ਰ ਆਫ ਡਿਪਰੈਸ਼ਨਸ। ਠੀਕ ਹੈ। ਵਿਚਲਨ ਦਾ ਪ੍ਰਮਾਪ, ਇਹ ਵੀ ਆਪਣੇ ਕੋਲ ਇੱਕ ਚੈਪਟਰ ਹੈ। ਠੀਕ ਹੈ। ਇਹ ਚੈਪਟਰ ਦੇ ਬਾਰੇ ਵੀ ਪੜ੍ਹਾਂਗੇ। ਮੇਜ਼ਰ ਆਫ ਸੀਕੁਐਂਸ, ਟੇਢੇਪਨ ਦਾ ਪ੍ਰਮਾਪ। ਠੀਕ ਹੈ। ਮੇਜ਼ਰ ਆਫ ਦਾ ਕਰੈਕਟਰਿਸਟਿਕਸ, ਕੋਰਿਲੇਸ਼ਨ ਐਨਾਲਾਈਸਿਸ, ਰਿਗਰੈਸ਼ਨ। ਠੀਕ ਹੈ। ਟਾਈਮ ਸੀਰੀਜ਼, ਇੰਡੈਕਸ ਨੰਬਰ, ਥਿਊਰੀ ਆਫ ਪ੍ਰੋਬੇਬਿਲਿਟੀ। ਇਹ ਸਾਰੇ ਪੁਆਇੰਟਸ ਕਿਹਦੇ ਵਿੱਚ ਆਉਂਦੇ ਆ ਜੀ, ਐਨਾਲਾਈਸਿਸ ਆਫ ਡਾਟਾ ਦੇ ਵਿੱਚ। ਇਹ ਸਾਰੇ ਆਪਣੇ ਕੋਲ ਚੈਪਟਰਸ ਵੀ ਨੇ। ਅਗਰ ਆਪਾਂ ਸਟੈਟਸ ਕਰਦੇ ਜਾਵਾਂਗੇ ਇਨ ਫਿਊਚਰ ਦੇ ਵਿੱਚ ਵੀ ਕਾਫੀ ਚੈਪਟਰ ਤਾਂ ਆਪਣੇ ਕੋਲ +1 ਦੇ ਵਿੱਚ ਹੈਗੇ ਨੇ, ਕਾਫੀ ਚੈਪਟਰ ਆਪਣੇ ਕੋਲ +2 'ਚ ਵੀ ਆਉਣਗੇ, BCom 'ਚ ਵੀ ਆਉਣਗੇ। ਠੀਕ ਹੈ। ਐਵੇਂ MCom ਦੇ ਵਿੱਚ ਵੀ ਆਉਣਗੇ। ਇਹ ਸਾਰੇ ਚੈਪਟਰਸ ਆਪਾਂ ਇਨ ਸਟੈਟਿਕਸ ਦੇ ਵਿੱਚ ਪੜ੍ਹਦੇ ਹੀ ਜਾਵਾਂਗੇ। ਠੀਕ ਹੈ। ਕਿ ਆਪਾਂ ਕਿਸ ਤਰੀਕੇ ਨਾਲ ਡਾਟਾ ਨੂੰ ਐਨਾਲਾਈਸਿਸ ਕਰ ਸਕਦੇ, ਜਿਹੜਾ ਡਾਟਾ ਆਪਾਂ ਰੋ
ਉਹ ਡਾਟਾ ਆਪਾਂ ਕਲੈਕਟ ਕੀਤਾ ਆ, ਆਪਾਂ ਬਾਅਦ 'ਚ ਉਹਨੂੰ ਔਰਗਨਾਈਜ਼ ਕੀਤਾ, ਬਾਅਦ 'ਚ ਉਹਨੂੰ ਪ੍ਰੈਜੈਂਟੇਸ਼ਨ ਦਿੱਤੀ, ਠੀਕ ਹੈ। ਪ੍ਰੈਜੈਂਟੇਸ਼ਨ ਕਰਨ ਤੋਂ ਬਾਅਦ ਆਪਾਂ ਉਹਦਾ ਐਨਾਲਾਈਸਿਸ ਵੀ ਕਰਨਾ ਹੈ, ਬਾਅਦ ਵਿੱਚ ਆਪਾਂ ਇਹਦਾ ਇੰਟਰਪ੍ਰੀਟੇਸ਼ਨ ਵੀ ਕਰਨਾ ਹੈ, ਠੀਕ ਹੈ। ਇਹ ਡਾਟਾ ਨੂੰ ਕਲੈਕਟ ਕਰਨ ਦਾ ਸਟੈਟਿਕਸ ਦਾ ਵੇ ਹੈ, ਠੀਕ ਹੈ ਜੀ, ਸਟੈਟਿਕਸ ਦਾ ਵੇ ਹੈ। ਇਸ ਨਾਲ ਆਪਣਾ ਸਿੰਗੂਲਰ ਸੈਂਸ ਕੀ ਹੁੰਦਾ ਹੈ, ਖਤਮ ਹੁੰਦਾ ਹੈ। ਇਸ ਤੋਂ ਬਾਅਦ ਆਪਣੇ ਕੋਲ ਇੱਕ ਛੋਟਾ ਜਿਹਾ ਟੌਪਿਕ ਹੈ ਡਿਫਰੈਂਸ ਬਿਟਵੀਨ ਪਲੂਰਲ ਐਂਡ ਸਿੰਗੂਲਰ ਸੈਂਸ। ਇਹ ਕੀ ਹੈ, ਪਲੂਰਲ ਸੈਂਸ ਵਿੱਚ ਆਪਾਂ ਪੜ੍ਹਿਆ ਸੀ ਇਨ ਸੈਂਸ ਇਟ ਡੀਲ ਵਿਦ ਨੂਮੈਰੀਕਲ ਇਨਫੋਰਮੇਸ਼ਨ, ਸਿਰਫ ਨੂਮੈਰੀਕਲ ਇਨਫੋਰਮੇਸ਼ਨ ਦੀ ਗੱਲ ਕਰਦੀ ਹੈ। ਇਹ ਆਪਣੇ ਕੋਲ ਨੂਮੈਰੀਕਲ ਇਨਫੋਰਮੇਸ਼ਨ ਨੂੰ ਕਲੈਕਟ ਵੀ ਕਰਦੀ ਹੈ, ਉਹਦੇ ਨਾਲ ਡੀਲ ਕਰਦੀ ਹੈ ਪੂਰੀ, ਠੀਕ ਹੈ। ਉਹਦੇ ਨਾਲ ਕਿਵੇਂ ਕਰਦੀ, ਕਲੈਕਸ਼ਨ ਕਰਕੇ ਉਹਨਾਂ ਨਾਲ ਐਨਾਲਾਈਸਿਸ ਕਰਦੀ ਹੈ, ਠੀਕ ਹੈ। ਇਟ ਇਨ ਦਿਸ ਸਟੈਟਿਕਸ ਇਜ਼ ਅ ਡਿਸਕ੍ਰਿਪਟਿਵ, ਠੀਕ ਹੈ। ਇਟ ਇਜ਼ ਅਪਲਾਈਡ ਦਾ ਸਾਇੰਸ, ਇਹ ਡਿਸਕ੍ਰਿਪਟਿਵ ਸਿਰਫ ਬਣਾਇਆ ਗਿਆ ਆਪਣੀ ਤਰਫ ਤੋਂ, ਠੀਕ ਹੈ, ਆਪਣੀ ਸੋਚ ਨਾਲ, ਪਰ ਇਹਨੂੰ ਅਪਲਾਈਡ ਕੀਤਾ ਜਾਂਦਾ ਹੈ, ਵਿਗਿਆਨੀ ਤੌਰ 'ਤੇ ਖੋਜ ਕੀਤੀ ਜਾਂਦੀ ਹੈ, ਉਹਦੇ ਰਿਸਰਚ ਕੀਤਾ ਜਾਂਦਾ ਹੈ, ਠੀਕ ਹੈ, ਸਾਰਾ ਕੁਛ। ਇਟ ਇਜ਼ ਅ ਕਲੈਕਸ਼ਨ ਆਫ ਐਗਰੀਗੇਟ ਆਫ ਫੈਕਟਸ, ਇਹ ਜਿਹੜੀ ਫੈਕਟਸ ਹੈ, ਜਿਹੜੀ ਸੱਚ, ਉਹਨਾਂ ਸਾਰਿਆਂ ਦਾ ਕਲੈਕਸ਼ਨ ਹੈ, ਠੀਕ ਹੈ, ਸੱਚ ਦਾ, ਤੱਤਾਂ ਦਾ। ਇਟ ਪ੍ਰੋਵਾਈਡ ਰਿਜ਼ਲਟ ਐਂਡ ਕਨਕਲੂਜਨ ਆਫ ਬੇਸਿਸ ਉਹਦਾ, ਜੋ ਉਹਦੇ ਰਿਜ਼ਲਟ ਨਿਕਲਦੇ ਉਹਦੇ ਬਾਅਦ ਸਿੱਟੇ ਵੀ ਕੱਢੇ ਜਾਂਦੇ, ਉਹਨਾਂ ਨੂੰ ਐਨਾਲਾਈਸਿਸ ਵੀ ਕੀਤਾ ਜਾਂਦਾ ਹੈ ਸਿੰਗੂਲਰ ਦੇ ਵਿੱਚ, ਠੀਕ ਹੈ। ਇਹ ਸਿਰਫ ਆਪਣੇ ਕੋਲ ਇੱਕ ਡਿਸਕ੍ਰਿਪਟਿਵ ਹੁੰਦਾ ਹੈ, ਇਹ ਆਪਾਂ ਅਪਲਾਈਡ ਕਰਦੇ ਹਾਂ ਐਜ਼ ਆ ਸਾਇੰਸ, ਵਿਗਿਆਨਿਕ ਤੌਰ 'ਤੇ ਰਿਸਰਚ ਕਰਦੇ ਹਾਂ, ਠੀਕ ਹੈ, ਉਹਨੂੰ ਬਾਅਦ 'ਚ ਅਪਲਾਈਡ ਵੀ ਕਰਦੇ ਹਾਂ। ਇਹਨਾਂ ਦੋਵਾਂ 'ਚ ਇਹ ਕੀ ਹੈ, ਫ਼ਰਕ ਹੈ, ਠੀਕ ਹੈ ਜੀ। ਨੈਕਸਟ ਆਪਣੇ ਕੋਲ ਟੌਪਿਕ ਹੈ ਪ੍ਰੋਪਰ ਡੈਫੀਨੇਸ਼ਨ ਆਫ ਸਟੈਟਿਕਸ। ਸਟੈਟਿਕਸ ਦੀ ਕਹਿੰਦਾ ਪ੍ਰੋਪਰ ਡੈਫੀਨੇਸ਼ਨ ਦਿਓ। ਪ੍ਰੋਪਰ ਡੈਫੀਨੇਸ਼ਨ ਤੁਹਾਨੂੰ ਇੱਕ ਮੈਂ ਚੀਜ਼ ਦੱਸ ਹੀ ਚੁੱਕੀ ਹਾਂ ਕਿ ਆਪਾਂ ਡਾਟਾ ਕਿਸੇ ਵੀ ਇੱਕ ਮੇਨ ਮੋਟਿਵ, ਮੰਨ ਲਓ ਕਿ ਇੱਕ ਸਟੈਟਿਕਸ ਦੀ ਆਰਗੇਨਾਈਜੇਸ਼ਨ ਨੂੰ ਇੱਕ ਕੰਮ ਦਿੱਤਾ ਗਿਆ ਗਵਰਨਮੈਂਟ ਦੀ ਤਰਫ ਸੇ ਕਿ ਦੇਸ਼ ਦੇ ਵਿੱਚ, ਆਪਣੀ ਕੰਟਰੀ ਦੇ ਵਿੱਚ ਇਹ ਦੇਖਣਾ ਹੈ ਕਿ ਕਿੰਨੇ ਲੋਕ ਪੜ੍ਹੇ ਲਿਖੇ ਅਤੇ ਕਿੰਨੇ ਅਨਪੜ੍ਹ ਨੇ। ਆਪਾਂ ਨੂੰ ਉਹਨਾਂ ਦਾ ਮੇਨ ਮੋਟਿਵ ਕੀ ਹੋਣਾ ਚਾਹੀਦਾ ਕਿ ਸਿਰਫ ਔਰ ਸਿਰਫ ਜਿਹੜੇ ਲੋਕ ਪੜ੍ਹੇ ਔਰ ਜਿਹੜੇ ਅਨਪੜ੍ਹ, ਉਹਨਾਂ ਦੀ ਗਿਣਤੀ ਕਲੈਕਟ ਕਰਨਾ। ਉਹਨਾਂ ਦੋਵਾਂ ਦੇ ਵਿੱਚੋਂ ਸਿਰਫ ਇੱਕ ਚੀਜ਼ ਕਰਨਗੇ ਕਿ ਉਹ ਕੀ ਕਰਨਗੇ, ਸਿਰਫ ਪੜ੍ਹੇ ਲਿਖੇ ਕਰ ਲੈਣਗੇ। ਜੇ ਉਹਨਾਂ ਕੋਲ ਟੋਟਲ ਪਾਪੂਲੇਸ਼ਨ ਹੈਗੀ ਹੈ, ਠੀਕ ਹੈ, ਯੂਥ ਦੀ ਟੋਟਲ ਪਾਪੂਲੇਸ਼ਨ ਹੈਗੀ ਹੈ, ਤਾਂ ਉਹਨਾਂ ਵਿੱਚੋਂ ਕੀ ਕਰੇਗਾ, ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਕੱਢ ਲਏਗਾ, ਬਾਕੀ ਉਹਦੇ ਕੋਲ ਕੀ ਆ ਜਾਏਗੀ, ਅਨਪਲੋਇਮੈਂਟ। ਉਹ ਸਿਰਫ ਔਰ ਸਿਰਫ ਫੋਕਸ ਕਿੰਨੇ ਕਰੇਗਾ, ਇੰਪਲੋਇਮੈਂਟ ਔਰ ਅਨਇੰਪਲੋਇਮੈਂਟ ਦੇ, ਠੀਕ ਹੈ ਜੀ। ਕਹਿੰਦਾ ਸਟੈਟਿਕਸ ਆਰ ਨੂਮੈਰੀਕਲ ਸਟੇਟਮੈਂਟਸ ਆਫ ਫੈਕਟ ਕੈਪੇਬਲ ਆਫ ਐਨਾਲਾਈਸਿਸ ਐਂਡ ਇੰਟਰਪ੍ਰੀਟੇਸ਼ਨ ਐਂਡ ਸਟੈਟਿਕ ਇਜ਼ ਅ ਸਟੱਡੀ ਆਫ ਮੈਥਡ ਯੂਜ਼ਡ ਇਨ ਦ ਕਲੈਕਸ਼ਨ, ਆਰਗੇਨਾਈਜੇਸ਼ਨ, ਪ੍ਰੈਜੈਂਟੇਸ਼ਨ, ਐਨਾਲਾਈਸਿਸ ਐਂਡ ਇੰਟਰਪ੍ਰੀਟੇਸ਼ਨ ਆਫ ਨੂਮੈਰੀਕਲ ਡਾਟਾ। ਜਿਹੜਾ ਨੂਮੈਰੀਕਲ ਡਾਟਾ ਆਪਾਂ ਕਲੈਕਸ਼ਨ ਕਰਦੇ ਹਾਂ, ਉਹਨੂੰ ਸਟੱਡੀ ਕਰਨ ਦਾ ਇੱਕ ਮੈਥਡ ਹੈ ਕਲੈਕਸ਼ਨ, ਆਰਗੇਨਾਈਜੇਸ਼ਨ, ਪ੍ਰੈਜੈਂਟੇਸ਼ਨ, ਐਨਾਲਾਈਸਿਸ ਐਂਡ ਇੰਟਰਪ੍ਰੀਟੇਸ਼ਨ ਦਾ, ਠੀਕ ਹੈ ਜੀ। ਇਹ ਇਹਦੀ ਕੀ ਹੈ, ਸਹੀ ਡੈਫੀਨੇਸ਼ਨਸ ਹੈ। ਇਹਦੇ ਫੀਚਰਸ, ਪ੍ਰੋਪਰ ਡੈਫੀਨੇਸ਼ਨਸ ਦੇ ਫੀਚਰਸ ਕੀ ਨੇ, ਸਟੈਟਿਕਸ ਪ੍ਰੋਵਾਈਡ ਐਗਰੀਗੇਟ ਆਫ ਕੁਆਂਟੀਟੇਟਿਵ ਇਨਫੋਰਮੇਸ਼ਨ। ਕਹਿੰਦਾ ਜਿਹੜੇ ਸਟੈਟਿਕਸ ਆਪਾਂ ਨੂੰ ਪ੍ਰੋਪਰਲੀ ਜਿੰਨਾ ਵੀ ਸਾਰਾ ਇਕੱਠ ਆਪਾਂ ਨੂੰ ਕੁਆਂਟੀਟੇਟਿਵ ਮਾਤਰਾ ਦੇ ਵਿੱਚ, ਨੂਮੈਰੀਕਲ ਮਾਤਰਾ ਦੇ ਵਿੱਚ, ਮਤਲਬ ਗਿਣਤੀ ਦੇ ਵਿੱਚ 10, 20, 30, 40 ਇਸ ਤਰ੍ਹਾਂ ਗਿਣਤੀ ਦੇ ਵਿੱਚ ਆਪਾਂ ਨੂੰ ਡਾਟਾ ਕਲੈਕਟ ਕਰਦਾ, ਜ਼ਿਆਦਾ ਜਾਂ ਘੱਟ ਦੇ ਵਿੱਚ ਨਹੀਂ, ਪੂਅਰ ਜਾਂ ਰਿਚ ਦੇ ਵਿੱਚ ਨਹੀਂ, ਠੀਕ ਹੈ, ਅਮੀਰ ਜਾਂ ਗਰੀਬ ਦੇ ਵਿੱਚ ਨਹੀਂ, ਆਪਾਂ ਨੂੰ ਸਿਰਫ ਔਰ ਸਿਰਫ ਗਿਣਤੀ ਦੇ ਵਿੱਚ ਪੂਰੀ ਇਨਫੋਰਮੇਸ਼ਨ ਕਲੈਕਟ ਕਰਕੇ ਦਿੰਦਾ ਹੈ, ਇਹਦਾ ਪੂਰਾ ਭੰਡਾਰ ਹੈ, ਠੀਕ ਹੈ। ਸਟੈਟਿਕਸ ਡੀਲ ਵਿਦ ਸਟੱਡੀ ਆਫ ਐਗਰੀਗੇਟ ਆਫ ਨੂਮੈਰੀਕਲ ਫੈਕਟਸ। ਕਹਿੰਦਾ ਜਿਹੜਾ ਸਟੈਟਿਕਸ ਪੂਰਾ ਕਿ ਪੂਰਾ ਇਹਨਾਂ ਦੀ ਬਾਰੇ ਹੀ ਸਟੱਡੀ ਕਰਦਾ ਹੈ, ਠੀਕ ਹੈ, ਵਿਦ ਰਿਲੇਟ ਟੂ ਮੈਥਡ ਆਫ, ਕਿਹੜੇ ਮੈਥਡ ਨਾਲ ਪਹਿਲਾਂ ਵੀ ਦੱਸ ਚੁੱਕੀ ਹਾਂ, ਕਲੈਕਸ਼ਨ, ਆਰਗੇਨਾਈਜੇਸ਼ਨ, ਪ੍ਰੈਜੈਂਟੇਸ਼ਨ, ਐਨਾਲਾਈਸਿਸ ਐਂਡ ਇੰਟਰਪ੍ਰੀਟੇਸ਼ਨ, ਠੀਕ ਹੈ ਜੀ। ਸਟੈਟਿਕ ਇਜ਼ ਅ ਕੰਸਾਈਡਰ, ਕਹਿੰਦਾ ਸਟੈਟਿਕਸ ਇੱਕ ਸਾਇੰਸ ਵੀ ਹੈ ਔਰ ਆਰਟ ਵੀ ਹੈ। ਕਿਵੇਂ ਸਾਇੰਸ ਕਿਵੇਂ ਹੈ, ਪਹਿਲਾਂ ਦੇਖੋ ਆਪਾਂ ਉਹਨੂੰ ਇੱਕ ਤਰੀਕੇ ਨਾਲ ਰਿਸਰਚ ਕਰਨਾ, ਠੀਕ ਹੈ, ਕਿਵੇਂ ਕਲੈਕਸ਼ਨ ਕਰਨੀ, ਕਲੈਕਸ਼ਨ ਰਿਸਰਚ ਕਰਨਾ, ਘਰਾਂ 'ਚ ਜਾ ਕੇ ਉਹਦਾ ਸਰਵੇ ਕਰਨਾ, ਗਿਣਤੀ ਪਤਾ ਕਰਨੀ, ਠੀਕ ਹੈ। ਬਾਅਦ ਵਿੱਚ ਉਹਦੇ ਆਰਟ ਆ, ਆਰਟ ਕਿਵੇਂ, ਉਹਨੂੰ ਜਦੋਂ ਆਪਾਂ ਪ੍ਰੈਜੈਂਟੇਸ਼ਨ ਦਿੰਦੇ ਹਾਂ, ਉਹਦਾ ਆਰਗੇਨਾਈਜੇਸ਼ਨ ਕਰਦੇ ਹਾਂ, ਆਪਾਂ ਉਹਦਾ ਆਰਟ ਕਰਦੇ ਹਾਂ, ਠੀਕ ਹੈ, ਉਹਦੀ ਪ੍ਰੈਜੈਂਟੇਸ਼ਨ ਦਿੰਦੇ ਹਾਂ, ਠੀਕ ਹੈ। ਇਹ ਆਪਣਾ ਇੱਕ ਕੀ ਹੈ, ਸਾਇੰਸ ਵੀ ਹੈ ਔਰ ਆਰਟ ਵੀ ਹੈ। ਸਟੈਟਿਕਸ ਹਾਊ ਹੈਜ਼ ਵਾਈਡ ਐਪਲੀਕੇਸ਼ਨ ਇਨ ਐਵਰੀ ਬ੍ਰਾਂਚ ਆਫ ਨੌਲੇਜ। ਕਹਿੰਦਾ ਸਟੈਟਿਕਸ ਦੀ ਆਪਣੀ ਹਰ ਇੱਕ ਤਰਫ ਕਿਹੜੀ ਪੂਰੀ ਹਰ ਜਗ੍ਹਾ 'ਤੇ ਇੱਕ ਸਾਖਾ ਹੈ ਪੂਰੀ ਗਿਆਨ ਦੀ, ਕਿਉਂਕਿ ਜਿੱਥੋਂ ਸਾਰੀ ਇਨਫੋਰਮੇਸ਼ਨ ਮਿਲਦੀ ਹੈ, ਆਪਣੀ ਸਟੇਟ ਦੀ, ਆਪਣੀ ਕੰਟਰੀ ਦੀ ਪੂਰੀ ਇਨਫੋਰਮੇਸ਼ਨ ਮਿਲਦੀ ਹੈ, ਉਹ ਪੂਰੀ ਇੱਕ ਕੀ ਹੈ, ਹਰ ਤਰ੍ਹਾਂ ਦੀ ਸਾਖਾ ਹੈ, ਠੀਕ ਹੈ। ਇਸ ਤਰ੍ਹਾਂ ਆਪਣੀ ਸਟੈਟਿਕਸ ਦੀ ਡੈਫੀਨੇਸ਼ਨ ਕੀ ਹੈ, ਖਤਮ ਹੁੰਦੀ ਹੈ। ਅੱਜ ਦੇ ਲਈ ਇੰਨਾ ਹੀ, ਇੰਨਾ ਸਿੰਗੂਲਰ ਸੈਂਸ, ਠੀਕ ਹੈ। ਉਹਦੇ ਵਿੱਚ ਜਿੰਨੇ ਵੀ ਪੁਆਇੰਟਸ ਨੇ ਆਪਣੇ ਕੋਲ ਫੀਚਰਸ ਦੇ ਨੇ। ਉਸ ਤੋਂ ਬਾਅਦ ਥੈਂਕ ਯੂ ਐਂਡ ਹੈਵ ਅ ਨਾਈਸ ਡੇ।